बोले सोनिहा। 30 ਸਾਲਾਂ ਤੋਂ ਉਹ ਜ਼ਖਮ ਸਿੱਖ ਕੌਮ ਦੇ ਹਿਰਦੇ ਤੇ ਨਾਸੂਰ ਬਣ ਕੇ ਰਿਸ ਰਹੇ ਨੇ। ਜਦੋਂ ਆਪਣੇ ਹੀ ਮੁਲਕ ਦੇ ਵਿੱਚ ਆਪਣੀ ਹੀ ਸਰਕਾਰ ਵੱਲੋਂ ਸਿੱਖ ਕੌਮ ਨੂੰ ਇੰਜ ਦਰੜਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਦੇ ਸਭ ਤੋਂ ਪਵਿੱਤਰ ਸਥਾਨ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਪਿੱਛੇ ਨਾ ਹਟੀ ਇੰਦਰਾ ਗਾਂਧੀ ਦੀ ਸਰਕਾਰ। ਚੁਰਾਸੀ ਦੇ ਘੱਲੂਘਾਰੇ ਦਾ ਦਰਦ ਸਿੱਖ ਕੌਮ ਦੀ ਰੂਹ ਦੇ ਵਿੱਚ ਇਸ ਕਦਰ ਵਸਿਆ ਕਿ ਉਹਨਾਂ ਲਈ ਖੁਦ ਨੂੰ ਉਸ ਤੋਂ ਵੱਖ ਕਰਨਾ ਮੁਮਕਿਨ ਹੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜ਼ਖਮੀ ਹੋਏ ਇਹਨਾਂ ਅੰਗਾਂ ਨੂੰ ਵੇਖ ਕੇ 37 ਸਾਲ ਦੀ ਉਹ ਪੀੜ ਮੁੜ ਚੇਤੇ ਆ ਗਈ। ਇਹ ਦ੍ਰਿਸ਼ ਵੇਖ ਕੇ ਨਾ ਸਿਰਫ ਸਿੱਖ ਸਗੋਂ ਰੱਬ ਨੂੰ ਮੰਨਣ ਵਾਲੇ ਹਰ ਸ਼ਖਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ। ਸ਼੍ਰੋਮਣੀ ਕਮੇਟੀ ਦੇ ਫੈਸਲੇ ਨੇ ਅੱਜ ਦੀ ਪੀੜ੍ਹੀ ਨੂੰ ਵੀ ਉਸ ਦਰਦ ਦਾ ਅਹਿਸਾਸ ਕਰਵਾਇਆ ਜਿਸ ਨੂੰ ਹੁਣ ਤੱਕ ਉਹ ਸਿਰਫ ਕਹਾਣੀਆਂ ਦੇ ਵਿੱਚ ਹੀ ਸੁਣਦੇ ਆਏ ਸਨ। ਆਪਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਅਤੇ ਸਰਕਾਰੀ ਜ਼ਬਰ ਨਾਲ ਜ਼ਖਮੀ ਹੋਈ ਸਿੱਖ ਕੌਮ। ਉਹਨਾਂ ਦੇ ਗੁਰੂ ਦੇ ਸਰੂਪ ਇਹ ਸਾਬਤ ਕਰਦੇ ਨੇ ਕਿ ਤਸ਼ੱਦਦ ਢਾਉਣ ਦੇ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਨੇ ਮੁਗਲਾਂ ਨੂੰ ਵੀ ਪਛਾੜ ਦਿੱਤਾ ਸੀ। ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਗੋਲੀਆਂ ਤੇ ਤੋਪਾਂ ਨਾਲ ਹਮਲਾ ਕੀਤਾ ਗਿਆ ਉਸ ਸਮੇਂ ਸਿੱਖ ਕੌਮ ਨੂੰ ਤਾਂ ਨਿਸ਼ਾਨਾ ਬਣਾਇਆ ਹੀ ਗਿਆ। ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਵੀ ਇਸ ਜ਼ਬਰ ਦਾ ਸ਼ਿਕਾਰ ਬਣੇ। ਜਿਲਦ ਸਣੇ ਤਕਰੀਬਨ 90 ਅੰਗ ਇਸ ਪਾਵਨ ਸਰੂਪ ਦੇ ਜ਼ਖਮੀ ਹੋਏ ਜਿਸ ਦੇ ਦਰਸ਼ਨ ਅੱਜ ਪੂਰੀ ਦੁਨੀਆ ਨੂੰ ਕਰਵਾਏ ਗਏ। प्यार से दर्शन करिए जी बोले सोनिहा। ਇਹ ਉਹ ਪਾਵਨ ਜਿਲਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਵਿੱਚ ਸੰਗਤ ਜੀ ਕਿਨਾਰੇ ਤੋਂ ਗੋਲੀ ਲੱਗੀ ਹੈ ਔਰ ਇਹ ਗੋਲੀ ਖਿਸਕਦੀ ਹੋਈ ਪੱਤਰਿਆਂ ਦੇ ਵਿੱਚ ਚਲੇ ਗਈ ਹੈ ਜਿਹਦੇ ਆਪ ਜੀ ਬੜੇ ਪਿਆਰ ਨਾਲ ਦਰਸ਼ਨ ਕਰ ਰਹੇ ਹੋ। ਗੁਰੂ ਸਾਹਿਬ ਜੀ ਦੇ ਸ਼ਬਦਾਂ ਦਾ ਰਾਗਾਂ ਦਾ ਜ਼ਿਕਰ ਕੀਤਾ ਗਿਆ। ਇਹ ਉਹ ਤਤਕਰੇ ਦੇ ਇਹ ਪਾਵਨ ਸਰੂਪ ਪਿਆਰ ਰਹਿਣ ਕਰਕੇ ਔਰ ਗੋਲੀ ਨਾਲ ਜ਼ਖਮੀ ਹੋਣ ਕਰਕੇ ਜਿੱਥੇ ਜਿੱਥੇ ਗੋਲੀ ਦੇ ਨਿਸ਼ਾਨ ਲੱਗੇ ਨੇ सैंती साल तो उस पावन स्वरूप ਅਤੇ ਜ਼ਖਮੀ ਕਰਨ ਵਾਲੀ ਗੋਲੀ ਵੀ ਸੰਭਾਲ ਕੇ ਰੱਖੀ ਗਈ ਹੈ ਤਾਂ ਜੋ ਪੂਰੀ ਦੁਨੀਆ ਨੂੰ ਇਹ ਪਤਾ ਲੱਗ ਸਕੇ ਕਿ ਸਾਡੇ ਗੁਰੂ ਤੇ ਗੋਲੀਆਂ ਚਲਾਉਣ ਵਾਲੇ ਕੋਈ ਹੋਰ ਨਹੀਂ ਬਲਕਿ ਆਪਣੀ ਹੀ ਸਰਕਾਰ ਸੀ। ਜ਼ਖਮੀ ਹੋਏ ਇਹਨਾਂ ਅੰਗਾਂ ਅਤੇ ਗੋਲੀ ਨੂੰ ਵੇਖ ਕੇ ਦਰਸ਼ਨ ਕਰਨ ਪਹੁੰਚੀ ਸੰਗਤ ਦੇ ਦਿਲ ਵੀ ਵਿਲੂੰਦਰੇ ਗਏ। ਬਹੁਤ ਦੁੱਖ ਲੱਗ ਰਿਹਾ ਹੈ ਜੀ, ਸ਼ਬਦ ਨਹੀਂ ਹੈਗੇ ਕਹਿਣ ਦੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੋ ਗੁਰੂ ਨੂੰ ਵੀ ਇਸ ਜ਼ਾਲਮ ਸਰਕਾਰ ਨੇ ਬਖਸ਼ਿਆ ਨਹੀਂ ਆ। ਉਹ ਸਾਡੇ ਹਿਰਦੇ ਵਿੱਚ ਜਿੰਨਾ ਚਿਰ ਸਾਡੇ ਸਵਾਸ ਆ ਉਹਨਾਂ ਚਿਰ ਸਦਾ ਹੀ ਸਾਡੇ ਹਿਰਦੇ ਵਿੱਚ ਇਹ ਦੁੱਖ ਰਹੂਗਾ। ਸਾਡੇ ਪੂਰੀ ਸਿੱਖ ਕੌਮ ਦੇ ਹਿਰਦੇ ਬਲੁੰਦਰੇ ਪਏ ਨੇ ਤੇ ਆਪਣੇ ਦੇਸ਼ ਦੀ ਸਰਕਾਰ ਹੋਵੇ ਤੇ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਇਦਾਂ ਕਰੇ। ਬਹੁਤ ਦਿਲ ਦੁਖੀ ਹੈ। ਪਾਪੀਆਂ ਨੇ ਬਹੁਤ ਮਾੜਾ ਕੀਤਾ ਵਾਹਿਗੁਰੂ ਜੀ। ਇਹਨਾਂ ਨਹੀਂ ਸੋਚਿਆ ਵੀ ਇਹ ਸਾਡਾ ਸਿੱਖਾਂ ਦਾ ਗੁਰੂ ਆ। ਗੁਰੂ ਰਾਮਦਾਸ ਕਦੀ ਨਹੀਂ ਬਖਸ਼ੇਗਾ ਇਹਨਾਂ ਪਾਪੀਆਂ ਨੂੰ, ਕਦੀ ਵੀ ਨਹੀਂ ਬਖਸ਼ੇਗਾ। ਬਹੁਤ ਜ਼ਿਆਦਾ ਮਨ ਦੁਖੀ ਹੁੰਦਾ ਪਰ ਇੰਨੀ ਮੰਨਤਾ ਕਰਨ ਵਾਲੀ ਇਹਨੇ ਸਥਾਨ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਬੇਅਦਬੀ ਕੀਤੀ ਆ ਪਰ ਇਹਨਾਂ ਦਾ ਅੰਤ ਜਿਹੜਾ ਉਹ ਮਾੜਾ। ਦਰਸ਼ਨ ਕੀਤੇ ਤਾਂ ਬਹੁਤ ਮਨ ਨੂੰ ਦੁੱਖ ਹੋਇਆ ਵਾ ਇਸ ਗੱਲ ਦਾ ਵੀ ਉਦੋਂ ਜੋ ਇਹ ਕੁਝ ਵੀ ਇਹ ਭਾਣਾ ਵਰਤਿਆ ਨਹੀਂ ਵਰਤਣਾ ਚਾਹੀਦਾ। ਬਹੁਤ ਸਿੰਘ ਸ਼ਹੀਦ ਹੋਏ, ਬੱਚੇ ਛੋਟੇ ਸ਼ਹੀਦ ਹੋਏ। ਸ੍ਰੀ ਅਕਾਲ ਤਖਤ ਸਾਹਿਬ ਦੀ ਦਰਸ਼ਨੀ ਡਿਊਟੀ ਤੇ ਲੱਗੇ ਗੋਲੀਆਂ ਦੇ ਨਿਸ਼ਾਨ 37 ਸਾਲ ਬਾਅਦ ਵੀ ਉਸ ਘੱਲੂਘਾਰੇ ਦੀਆਂ ਕੋੜੀਆਂ ਯਾਦਾਂ ਨੂੰ ਤਾਜ਼ਾ ਕਰਦੇ ਨੇ।
ਤੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਇਸ ਘੱਲੂਘਾਰੇ ਦੀ ਬਰਸੀ ਮੌਕੇ 3 ਦਿਨਾਂ ਦੇ ਲਈ ਇਹ ਸਰੂਪ ਦਰਸ਼ਨਾਂ ਦੇ ਲਈ ਰੱਖੇ ਗਏ ਨੇ। ਮਨਿੰਦਰ ਮੋਂਗਾ, PTC ਨਿਊਜ਼, ਅੰਮ੍ਰਿਤਸਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਿਕ ਫੈਸਲਾ ਲੈਂਦੇ ਸਾਕਾ ਨੀਲਾ ਤਾਰਾ ਮੌਕੇ ਭਾਰਤੀ ਸੈਨਾ ਵੱਲੋਂ ਕੀਤੇ ਗਏ ਹਮਲੇ ਦੌਰਾਨ ਜ਼ਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੰਗਤਾਂ ਦੇ ਦਰਸ਼ਨਾਂ ਲਈ ਵਿਰਾਜਮਾਨ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਜ਼ਖਮੀ ਪਾਵਨ ਸਰੂਪ ਇੱਥੇ ਵਿਰਾਜਮਾਨ ਕੀਤਾ ਗਿਆ ਜੋ ਭਾਰਤੀ ਸੈਨਾ ਦੇ ਹਮਲੇ ਦੇ ਦੌਰਾਨ ਜ਼ਖਮੀ ਹੋਇਆ ਸੀ। ਬੀਬੀ ਜੀ, ਕੀ ਕਹਿਣਾ ਚਾਹੋਗੇ? ਅੱਜ 37 ਸਾਲ ਬਾਅਦ ਅਸੀਂ ਇਸ ਉਹ ਪਾਵਨ ਸਰੂਪ ਦੇ ਜ਼ਖਮੀ ਸਰੂਪ ਦੇ ਦਰਸ਼ਨ ਕਰ ਰਹੇ ਹਾਂ। ਵਾਹਿਗੁਰੂ 37 ਸਾਲ ਤੋਂ ਲੈ ਕੇ ਸਿੱਖ ਕੌਮ ਗੁਰੂ ਨਾਨਕ ਨਾਮ ਲੈਵਾ ਸੰਗਤ ਬਹੁਤ ਵੱਡੀ ਪੀੜਾ ਆਪਣੇ ਹਿਰਦੇ ਵਿੱਚ ਸਮਾਈ ਬੈਠੀ ਹੈ। ਲਗਾਤਾਰ ਸਾਨੂੰ ਟੈਲੀਫੋਨ ਆ ਰਹੇ ਸਨ, ਲਗਾਤਾਰ ਸਾਨੂੰ ਬਹੁਤ ਵੱਡੇ ਹੁਕਮ ਲੱਗੇ ਔਰ ਉਹਨਾਂ ਦੀ ਮੰਗ ਨੂੰ ਦੇਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਅਸੀਂ ਕਿਉਂ ਹੋਰ ਤੜਪਾਉਣਾ ਚਾਹੁੰਦੇ ਹਾਂ, ਕਿਉਂਕਿ ਪੀੜਾ ਅਸੀਂ ਹੈ ਜਿਹੜੀ ਉਦੋਂ ਤੱਕ ਉਹਨਾਂ ਦੇ ਮਨ ਦੀ ਜਿਹੜੀ ਸ਼ਾਂਤੀ ਨਹੀਂ ਬਣ ਸਕਦੀ ਜਦ ਤੱਕ ਉਹ ਪੀੜਾ ਨੂੰ ਆਪਣੇ ਜਿੱਥੇ ਦਿਲ ਤੇ ਹੰਢਾ ਰਹੇ ਸਨ ਆਪ ਦਰਸ਼ਨ ਨਾ ਕਰ ਸਕਣ। ਸੋ ਇਹ ਸਾਰੀ ਸੰਗਤ ਦੀ ਮੰਗ ਨੂੰ ਲੈ ਕੇ ਸਾਰੇ ਸਿੰਘ ਸਾਹਿਬਾਨਾਂ ਨਾਲ ਵਿਚਾਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਕਿ ਦਰਸ਼ਨ ਦਿਦਾਰੇ ਕਰਾਏ ਜਾਣ। ਤੇ ਉਸ ਵੇਲੇ ਜਦੋਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਹੋਇਆ ਤੇ ਗੋਲੀ ਚੀਰਦਿਆਂ ਹੋਇਆਂ ਗੁਰੂ ਸਾਹਿਬ ਜੀ ਦੀ ਹਿੱਕ ਵਿੱਚੋਂ ਲੰਘਦਿਆਂ 90 ਅੰਕ ਉੱਤੇ ਜਾ ਕੇ ਖੜੀ ਹੋ ਗਈ, ਜਿੱਥੇ 16ਵੀਂ ਅਸ਼ਟਪਦੀ 6ਵੀਂ ਪੌੜੀ ਚਰਨ ਸਾਧ ਕੇ ਧੋਏ ਧੋਏ ਪੀਏ ਉੱਥੇ ਜਾ ਕੇ ਅੜ ਗਈ। ਸੋ ਮੈਂ ਸਮਝਦੀ ਹਾਂ ਕਿ ਏਡੀ ਲੰਬੀ ਪੀੜਾ ਕੌਮ ਨੇ ਹੰਡਾਈ ਹੈ ਤੇ ਸਾਰਿਆਂ ਦੇ ਮਨ 'ਚ ਸਬਰ ਨਹੀਂ ਸੀ ਆ ਰਿਹਾ ਕਿ ਅਸੀਂ ਕਦੋਂ ਦਰਸ਼ਨ ਕਰੀਏ। ਸੋ ਮੈਂ ਧੰਨਵਾਦੀ ਹਾਂ ਸਾਰੀ ਸੰਗਤ ਦੇ ਜਿਨ੍ਹਾਂ ਨੇ ਜੋ ਹੁਕਮ ਲਾਇਆ ਤੇ ਅਸੀਂ ਵੀ ਦਰਸ਼ਨ ਕਰ ਸਕੇ ਤੇ ਸੰਗਤ ਵੀ ਇਹ ਦਰਸ਼ਨ ਕਰ ਰਹੀ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਘੱਲੂਘਾਰਾ ਬੜਾ ਦਰਦਨਾਕ ਸੀ। ਭਾਰਤ ਦੀ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਬਹੁਤ ਜ਼ਖਮ ਸਾਡੇ ਕੀਤੇ ਹੋਏ ਹੈ, ਲੇਕਿਨ ਉਹ ਸਾਰਿਆਂ ਨੂੰ ਆਪਣੇ ਹਿਰਦੇ ਵਿੱਚ ਰੱਖੀ ਬੈਠੇ ਆ ਸਮੋਈ ਕਰਕੇ। ਸ਼ਾਂਤੀ ਨਾਲ ਦਰਸ਼ਨ ਕਰੋ ਤਾਂ ਜੋ ਤੁਹਾਡੇ ਮਨ ਦੀ ਤਸੱਲੀ, ਤੁਹਾਡੇ ਮਨ ਦੀ ਭਾਵਨਾ ਜਿਹੜੀ ਸੀ ਪੂਰੀ ਹੋ ਸਕੇ। ਹੁਣ ਤੱਕ ਅਸੀਂ ਇਹ ਦੇਖਦੇ ਹਾਂ ਕਿ ਇੱਕ ਸੈਨਾ ਦੁਸ਼ਮਣ ਦੇਸ਼ ਦੀ ਸੈਨਾ ਤੇ ਹਮਲਾ ਕਰਦੀ ਹੈ, ਪਰ ਉਹ ਵੀ ਇੱਕ ਪ੍ਰੋਟੋਕੋਲ ਰੱਖਦੀ ਹੈ, ਇੱਕ ਨਿਯਮ ਤਹਿਤ ਹਮਲਾ ਕਰਦੀ ਹੈ ਕਿ ਨਿਹੱਥੇ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ। ਪਰ ਇੱਥੇ ਜੋ ਵਾਪਰਿਆ ਉਹ ਅਲੱਗ ਸੀ। ਦੇਖੋ, ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸੈਨਾ ਫੌਜ ਇਹ ਕਰਮ ਨਹੀਂ ਸੀ ਕਰ ਸਕਦੀ, ਲੇਕਿਨ ਜਦੋਂ ਜ਼ਾਲਮ ਸਰਕਾਰ ਕੋਈ ਹੁਕਮ ਕਰ ਦੇਵੇ ਤਾਂ ਫਿਰ ਉਹ ਹੁਕਮ ਦੀ ਪਾਲਣਾ ਉਸ ਵੇਲੇ ਫੌਜ ਨੇ ਕੀਤੀ। ਇਹ ਤਾਂ ਅਹਿਮਦ ਸ਼ਾਹ ਅਬਦਾਲੀ ਨੂੰ, ਜ਼ਕਰੀਆ ਖਾਂ ਵਰਗੇ ਨੂੰ, ਨਾਦਰ ਸ਼ਾਹ ਵਰਗਿਆਂ ਨੂੰ ਅਸੀਂ ਅਜੇ ਤੱਕ ਵੀ ਇਤਿਹਾਸ ਦਾ ਕਾਲਾ ਕਲੰਕਤ ਜਿਹੜਾ ਇਤਿਹਾਸ ਜਾਣ ਕੇ ਲਾਹਨਤਾਂ ਪਾਉਂਦੇ ਹਾਂ। ਲੇਕਿਨ ਦੁੱਖ ਇਸ ਗੱਲ ਦਾ ਕਿ ਆਪਣੇ ਦੇਸ਼ ਦੇ ਆਪਣੇ ਲੋਕਾਂ ਨੇ, ਆਪਣੀਆਂ ਸਰਕਾਰਾਂ ਨੇ ਜਦੋਂ ਐਡਾ ਵੱਡਾ ਜ਼ੁਲਮ ਕੀਤਾ, ਇਹ ਸਾਰਿਆਂ ਤੇ ਨਹੀਂ ਜਾ ਸਕਦਾ ਪਰ ਕੀਤਾ ਵੀ ਕੁਝ ਨਹੀਂ ਸਕਦਾ। ਹੁਣ ਤੇ ਕੌਮ ਜਿਹੜੀ ਹੋਏ 71 ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ ਦੇ ਮਾਹਵਕ ਅਨੁਸਾਰ ਏਕਤਾ ਵਿੱਚ ਰਹੇ, ਸ਼ਾਂਤੀ 'ਚ ਰਹੇ ਤੇ ਨਿਮਰਤਾ ਸਤਿਕਾਰ ਗੁਰੂ ਨਾਲ ਸਮਰਪਿਤ ਕਰਕੇ ਸ਼ਰਧਾ ਸਤਿਕਾਰ ਭੇਂਟ ਕਰੇ। ਬਸ ਇਹੀ ਮੇਰੀ ਬੇਨਤੀ। ਲਾਸਟ ਨੂੰ 3 4 5 ਦਾ ਪ੍ਰੋਗਰਾਮ ਲਿਖਿਆ ਕਿ ਸੰਗਤਾਂ ਨੂੰ ਦਰਸ਼ਨ ਕਰਾਉਣ ਦਾ, ਉਸ ਤੋਂ ਬਾਅਦ ਸੰਗਤਾਂ ਕਿਵੇਂ ਦਰਸ਼ਨ ਕਰ ਸਕਣਗੀਆਂ? 3 4 5 ਨੂੰ ਦਰਸ਼ਨ ਕਰਾਏ ਜਾਣਗੇ। 6 ਨੂੰ ਸਵੇਰੇ ਸਮਾਗਮ ਕਰਕੇ, ਕਿਉਂਕਿ ਬਹੁਤ ਸਾਰੀ ਸੰਗਤ ਉਮੜ ਕੇ ਆਏਗੀ, ਔਖਾ ਹੋ ਜਾਂਦਾ ਕਈ ਵਾਰੀ। ਉਸ ਤੋਂ ਬਾਅਦ 6 ਨੂੰ ਅਸੀਂ ਫੈਸਲਾ ਕਰਾਂਗੇ ਸਿੰਘ ਸਾਹਿਬਾਨਾਂ ਨਾਲ ਸਲਾਹ ਕਰਕੇ, ਜੇ ਸੰਗਤ ਦੀ ਇਸੇ ਤਰ੍ਹਾਂ ਮੰਗ ਹੋਈ ਤਾਂ ਫਿਰ 2-2 ਘੰਟੇ ਅਸੀਂ ਕਰਾ ਦਿਆ ਕਰਾਂਗੇ। ਇੱਕ ਲਾਸਟ ਸਵਾਲ, ਸੰਗਤਾਂ ਬਿਨਾਂ ਸ਼ੱਕ ਨੌਜਵਾਨ ਪੀੜ੍ਹੀ ਜਾਂ ਪਿਛਦੀ ਪੀੜ੍ਹੀਆਂ ਇਸ ਉਪਰਾਲੇ ਨਾਲ ਜ਼ਰੂਰ ਜਾਣੂ ਹੋਣਗੀਆਂ ਕਿ ਕਿੰਨੀ ਕਰੂਰਤਾ ਜਿਹੜੀ ਦਿਖਾਈ ਗਈ ਸੀ, ਕਿੰਨਾ ਜ਼ਾਲਮਾਨਾ। ਇਹੀ ਉਹ ਕਾਰਨ ਹੈ ਕਿਉਂਕਿ ਕਈ ਵਾਰੀ ਨੌਜਵਾਨ ਪੀੜ੍ਹੀ ਨੂੰ ਇਹ ਤਸੱਲੀ ਦੇਣੀ ਬੜੀ ਔਖੀ ਹੈ ਜਦੋਂ ਕਹਿੰਦੇ ਆ ਕਿ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਸੀ ਛਣਨੀ ਹੋਇਆ ਗੋਲੀਆਂ ਨਾਲ, ਜਦੋਂ ਕਹਿੰਦੇ ਆ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹੋਏ ਦੀ ਹਿੱਕ ਵਿੱਚ ਗੋਲੀ ਲੱਗੀ ਸੀ ਤਾਂ ਉਹ ਕਹਿੰਦੇ ਸਰੂਪ ਕਿੱਥੇ ਹੈ, ਉਹ ਕਿੱਥੇ ਹੈ ਗੁਰੂ ਗ੍ਰੰਥ ਸਾਹਿਬ, ਸਾਨੂੰ ਦਰਸ਼ਨ ਕਰਾਓ। ਬਸ ਉਹਨਾਂ ਦੀ ਤਸੱਲੀ ਵਾਸਤੇ, ਉਹਨਾਂ ਦੇ ਦਰਸ਼ਨਾਂ ਵਾਸਤੇ ਖੋਲ੍ਹਿਆ ਗਿਆ ਕਿ ਉਹਨਾਂ ਦੇ ਮਨ ਵਿੱਚ ਵੀ ਜਿਹੜੀ ਤੜਪ ਹੈ ਉਹ ਵੀ ਪੂਰੀ ਕੀਤੀ ਜਾ ਸਕੇ। ਇਹਨੇ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਜਿਨ੍ਹਾਂ ਨੇ ਦੱਸਿਆ ਕਿ 3 4 5 3 ਦਿਨਾਂ ਦੇ ਲਈ 3 4 5 ਜੂਨ ਜਿਹੜਾ 3 ਦਿਨਾਂ ਦੇ ਲਈ ਸੰਗਤਾਂ ਇਸ ਜ਼ਖਮੀ ਪਾਵਨ ਸਰੂਪ ਦੇ ਦਰਸ਼ਨ ਕਰ ਸਕਣਗੀਆਂ। ਉਸ ਤੋਂ ਬਾਅਦ
ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ, ਸੰਗਤਾਂ ਦੇ ਹੁਕਮ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਗਲਾ ਫੈਸਲਾ ਲਿਆ ਜਾਊ। ਪਰ ਇਹ ਕੋਸ਼ਿਸ਼ ਰਹੂ ਕਿ ਸੰਗਤਾਂ ਨੂੰ ਸਮੇਂ-ਸਮੇਂ ਸਿਰ ਇਸ ਜ਼ਖਮੀ ਪਾਵਨ ਸਰੂਪ ਦੇ ਦਰਸ਼ਨ ਕਰਾਏ ਜਾਣ, ਤਾਂ ਜੋ ਸਾਡੀਆਂ ਨੌਜਵਾਨ ਪੀੜ੍ਹੀਆਂ, ਸਾਡੀ ਭਵਿੱਖ ਪੀੜ੍ਹੀਆਂ ਉਸ ਵੇਲੇ ਦੀ ਕਾਂਗਰਸ ਸਰਕਾਰ ਵੱਲੋਂ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਹਮਲੇ ਤੋਂ ਜਾਣੂ ਹੋ ਸਕਣ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ, PTC ਨਿਊਜ਼, ਅੰਮ੍ਰਿਤਸਰ। ਇਸ ਸਰੂਪ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੁਰਮੁਖ ਸਿੰਘ ਜੀ। ਸਿੰਘ ਸਾਹਿਬ ਜੀ, ਸਭ ਤੋਂ ਪਹਿਲਾਂ ਇਸ ਸਰੂਪ ਬਾਰੇ ਦੱਸੋ, ਕਿਸ ਤਰ੍ਹਾਂ ਇਹ ਭਾਰਤੀ ਸੈਨਾ ਦੀ ਗੋਲੀ ਨਾਲ ਜ਼ਖਮੀ ਹੋਇਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਖਾਲਸਾ ਪੰਥ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਸਾਕਾ 1984 ਵਾਪਰਿਆ, ਸਨ 1984 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਪਾਵਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਜਦੋਂ ਹਮਲਾਵਰ ਹੋ ਕੇ ਉਸ ਸਮੇਂ ਦੀ ਜ਼ਾਲਮ ਸਰਕਾਰ, ਕਾਂਗਰਸ ਸਰਕਾਰ ਨੇ ਫੌਜ ਭੇਜੀ, ਮੈਂ ਬੇਨਤੀ ਕਰਕੇ ਦੱਸਣਾ ਚਾਹੁੰਦਾ ਹੈ ਕਿ ਕਿਸੇ ਦੁਸ਼ਮਣ ਦੇਸ਼ ਤੋਂ ਵੀ ਹਮਲਾਵਰ ਹੋਣ ਸਮੇਂ ਜੋ ਸਲੂਕ ਕੀਤਾ ਜਾਂਦਾ, ਉਸ ਤੋਂ ਵੀ ਭੈੜਾ ਸਲੂਕ ਗੁਰੂ ਸਾਹਿਬ ਜੀ ਦੇ ਇਹਨਾਂ ਪਾਵਨ ਅਸਥਾਨਾਂ ਤੇ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨੇ ਕੀਤਾ। ਜੋ ਸੰਗਤ ਇਸ ਸਮੇਂ ਦਰਸ਼ਨ ਕਰ ਰਹੀ ਹੈ ਅਤੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਵੀ ਸਿੱਖ ਪੰਥ ਵਿੱਚ ਦਰਸ਼ਨ ਦੀਦਾਰ ਹੋ ਰਹੇ ਨੇ, ਮੈਂ ਕਹਿਣਾ ਚਾਹੁੰਦਾ, ਇਹ ਹਨ ਪਾਵਨ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ 1984 ਵਿੱਚ ਪ੍ਰਕਾਸ਼ਮਾਨ ਸਨ। ਪਰਿਕਰਮਾ ਦੇ ਵਿੱਚ ਦੱਖਣ ਦੀ ਬਾਹੀ ਤੋਂ ਜਿਸ ਪਾਸੇ ਬੀਬੀਆਂ ਦੀ ਸੰਗਤ ਬੈਠ ਕੇ ਕੀਰਤਨ ਸਰਵਣ ਕਰਦੀ ਹਰਿਮੰਦਰ ਸਾਹਿਬ ਜੀ ਦੇ ਅੰਦਰ, ਉਸ ਪਾਸੇ ਤੋਂ ਗੋਲੀ ਆਈ, ਦਰਵਾਜ਼ਾ ਪਾੜ ਕੇ ਗੁਰੂ ਸਾਹਿਬ ਜੀ ਦੇ ਪਾਵਨ ਸੀਨੇ ਨੂੰ ਆ ਕੇ ਛਲਣੀ ਕੀਤਾ। 4 ਜੂਨ ਦਾ ਦਿਨ ਹੈ, ਜਿਸ ਦਿਨ ਗੁਰੂ ਸਾਹਿਬ ਜੀ ਦੇ ਪਾਵਨ ਸੀਨੇ ਵਿੱਚ ਆ ਕੇ ਇਹ ਗੋਲੀ ਲੱਗੀ, ਔਰ ਸੰਗਤ ਦੀ ਇੱਛਾ ਦੇ ਅਨੁਸਾਰ ਉਹ ਗੋਲੀ ਵੀ ਅਸੀਂ ਆਪ ਜੀ ਨੂੰ ਸਮੁੱਚੇ ਖਾਲਸਾ ਪੰਥ ਨੂੰ ਦਿਖਾ ਰਹੇ ਹਾਂ। ਜਿਸ ਗੋਲੀ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਸੀਨਾ ਛਲਣੀ ਹੋਇਆ, ਇਹ ਗੋਲੀ ਵੀ ਆਪ ਜੀ ਦੇਖ ਰਹੇ ਹੋ। ਅਸੀਂ ਸੁਣਦੇ ਆ ਰਹੇ ਸਾਂ ਬਹੁਤ ਲੰਬੇ ਸਮੇਂ ਤੋਂ, ਚਮਕੌਰ ਦੀ ਗੜੀ ਦਾ ਸਾਕਾ ਜੋ ਕਲਗੀਧਰ ਪਾਤਸ਼ਾਹ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਹੋਇਆ, ਔਰ ਇਹ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਕੁਝ ਸਿੰਘਾਂ ਨੇ ਬਹੁਤ ਵੱਡੀਆਂ ਮਹਾਨ ਸ਼ਹਾਦਤਾਂ ਇਸ ਪਾਵਨ ਅਸਥਾਨ ਦੀ ਅਜ਼ਮਤ ਨੂੰ ਕਾਇਮ ਰੱਖਣ ਵਾਸਤੇ, ਗੁਰੂ ਖਾਲਸਾ ਪੰਥ ਦੀਆਂ ਰਵਾਇਤਾਂ ਨੂੰ, ਪਰੰਪਰਾਵਾਂ ਨੂੰ ਕਾਇਮ ਰੱਖਣ ਵਾਸਤੇ ਸ਼ਹਾਦਤਾਂ ਦਿੱਤੀਆਂ। ਔਰ ਸਿੱਖ ਸੰਗਤਾਂ ਦੀ ਮਾਨਸਿਕਤਾ ਵਿੱਚ ਅਸੀਂ ਦੇਖ ਰਹੇ ਹਾਂ ਕਿੰਨਾ ਇਸ ਸਮੇਂ ਵੈਰਾਗ ਹੈ ਆਪਣੇ ਗੁਰੂ ਪਿਤਾ ਦਾ ਦਰਸ਼ਨ ਕਰਕੇ। ਔਰ ਇਹ ਜੋ ਇਸ PTC ਚੈਨਲ ਦੇ ਮਾਧਿਅਮ ਦੇ ਰਾਹੀਂ ਗੁਰੂ ਸਾਹਿਬ ਜੀ ਦਾ ਫਟਿਆ ਹੋਇਆ ਇਹ ਸੀਨਾ ਤੁਸੀਂ ਦੇਖ ਰਹੇ, ਇਹ ਦਰਸ਼ਨ ਕਰਕੇ ਇਸ ਸਮੇਂ ਅਸੀਂ ਦੇਖ ਰਹੇ ਹਾਂ ਕਿ ਸੰਗਤ ਦੇ ਮਨ ਵਿੱਚ ਬਹੁਤ ਵੱਡਾ ਵੈਰਾਗ ਹੈ। ਇਤਿਹਾਸ ਵਿੱਚ ਬਹੁਤ ਵੱਡੀ ਪ੍ਰਮਾਣਿਕਤਾ ਇਹਨਾਂ ਗੰਗਾ ਤੇ ਜਮਨਾ ਨੂੰ, ਜੋ ਨੇਤਰਾਂ ਵਿੱਚੋਂ ਜਲ ਚੱਲਦਾ ਹੈ, ਇਹ ਗੁਰੂ ਦੀ ਸੱਚੀ ਦਰਗਾਹ ਵਿੱਚ ਜਾ ਕੇ ਪ੍ਰਵਾਨਿਕ ਹੋਇਆ ਕਰਦਾ ਹੈ। ਸਤਿਗੁਰੂ ਜੀ ਸਮੁੱਚੇ ਖਾਲਸਾ ਪੰਥ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ। ਇਹ ਸਾਕਾ ਸਾਨੂੰ ਕਦੀ ਵਾਸਤੇ ਭੁੱਲ ਨਹੀਂ ਸਕਦਾ, ਜੋ ਕਾਂਗਰਸ ਸਰਕਾਰ ਨੇ 1984 ਵਿੱਚ ਕਹਿਰ ਵਰਤਾਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ। ਤਾਂ ਜੂਨ 1984 ਵਿੱਚ ਸਿੱਖ ਇਤਿਹਾਸ ਵਿੱਚ ਸਭ ਤੋਂ ਵੱਡਾ ਕਹਿਰ ਵਾਪਰਿਆ ਸੀ, ਸਭ ਤੋਂ ਵੱਡੀ ਬੇਅਦਬੀ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਭਾਰਤੀ ਸੈਨਾ ਦੀ ਗੋਲੀ ਨੇ ਜ਼ਖਮੀ ਕੀਤਾ ਸੀ, ਜਿਸ ਦੇ ਦਰਸ਼ਨ ਅੱਜ ਬਹੁਤ ਵਿਰਾਗਮਈ ਮਾਹੌਲ ਦੇ ਵਿੱਚ ਕੀਤੇ ਜਾ ਰਹੇ ਨੇ। ਔਰ ਸ਼੍ਰੋਮਣੀ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ ਸੰਗਤਾਂ ਨੂੰ ਇਸ ਜ਼ਖਮੀ ਪਾਵਨ ਸਰੂਪ ਦੇ ਦਰਸ਼ਨ ਕਰਵਾਉਣ ਦਾ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਉਸ ਵੇਲੇ ਦੀ ਕਾਂਗਰਸ ਸਰਕਾਰ ਵੱਲੋਂ ਸਿੱਖ ਕੌਮ ਦੇ ਸਰਵਉੱਚ ਸਥਾਨ 'ਤੇ ਕੀਤੇ ਗਏ ਹਮਲੇ ਬਾਰੇ ਜਾਣਕਾਰੀ ਮਿਲ ਸਕੇ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ, PTC ਨਿਊਜ਼, ਅੰਮ੍ਰਿਤਸਰ। ਉਸ ਨੂੰ ਦੁਨੀਆ ਦੀ ਜਾਂ ਸਿੱਖ ਇਤਿਹਾਸ ਦੀ ਸਭ ਤੋਂ ਵੱਡੀ ਬੇਅਦਬੀ ਕਿਹਾ ਜਾ ਸਕਦਾ ਹੈ। ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨੇ ਇਹ ਬਹੁਤ ਵੱਡਾ ਜ਼ੁਲਮ ਔਰ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜੀ ਸਮੇਤ 37 ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਸੀ। ਔਰ ਇਹ ਬਹੁਤ ਵੱਡਾ
ਦੁਖਦਾਈ ਸਮਾਂ ਸੀਗਾ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜ਼ਾਲਮਾਂ ਦੀ ਗੋਲੀ ਆਪਣੇ ਸੀਨੇ ਵਿੱਚ ਖਾਧੀ ਸੀ। ਆਮ ਤੌਰ ਤੇ ਇੱਕ ਦੇਸ਼ ਦੀ ਸੈਨਾ ਦੂਜੀ ਦੁਸ਼ਮਣ ਸੈਨਾ ਤੇ ਹਮਲਾ ਕਰਦੀ ਹੈ, ਪਰ ਨਿਹੱਥੇ ਹੋਰ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ। ਪਰ ਇੱਥੇ ਜੋ ਵਾਪਰਿਆ, ਹਜ਼ਾਰਾਂ ਸਿੰਘ ਸਿੰਘਣੀਆਂ ਨੂੰ ਜਾਂ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨੇ, ਇੰਦਰਾ ਗਾਂਧੀ ਨੇ, ਜਿਹੜੇ ਘੱਟ ਗਿਣਤੀ ਦੇ ਲੋਕ ਸੀ ਜਿਸ ਤਰ੍ਹਾਂ ਸਿੱਖ ਨੇ, ਇਹਨਾਂ ਨੂੰ ਕੁਚਲਣ ਦਾ ਯਤਨ ਕੀਤਾ, ਇਹਨਾਂ ਨੂੰ ਦਬਾਉਣ ਦਾ ਯਤਨ ਕੀਤਾ ਕਿ ਇਹਨਾਂ ਦੇ ਗੁਰਦੁਆਰਿਆਂ ਦੇ ਉੱਤੇ ਹਮਲਾ ਕਰੋ, ਇਹ ਮੁੜ ਕੇ ਕੂਣ ਨਾ, ਬੋਲਣ ਨਾ। ਪਰ ਸਤਿਗੁਰੂ ਜੀ ਦੀ ਕਿਰਪਾ ਸਦਕਾ ਅਨੇਕਾਂ ਸਿੰਘ ਸਿੰਘਣੀਆਂ, ਬੱਚੇ ਬੱਚੀਆਂ ਸ਼ਹੀਦੀ ਪ੍ਰਾਪਤ ਕਰਕੇ ਵੀ ਸਿੱਖ ਕੌਮ ਜਿਹੜੀ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਸਦਾ ਚੜ੍ਹਦੀ ਕਲਾ ਵਿੱਚ ਰਹੇਗੀ। ਪਰ ਵਤੀਰੇ 'ਚ ਕੀ ਬਦਲਾਅ ਆਇਆ ਹੁਣ ਤੱਕ 37 ਸਾਲਾਂ ਬਾਅਦ? ਅੱਜ ਵੀ ਅਨੇਕਾਂ ਥਾਵਾਂ ਤੇ ਬੇਅਦਬੀ ਹੋ ਰਹੀ ਹੈ, ਅਨੇਕਾਂ ਥਾਵਾਂ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਨਾ ਜੀ, ਜਿਹੜੇ ਦੋਖੀ ਲੋਕ ਨੇ ਉਹ ਹਮੇਸ਼ਾ ਹੀ ਇਹ ਕੋਈ ਕਰਦੇ ਰਹੇ। ਜੂਨ 1984 ਦੇ ਵਿੱਚ ਵੀ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਪਰਿਕਰਮਾ ਦੇ ਉੱਤੇ ਫੌਜ ਦਾ ਪੂਰਾ ਕਬਜ਼ਾ ਹੋ ਗਿਆ ਸੀ ਤੇ ਫੌਜ ਦੇ ਬੰਦਿਆਂ ਨੇ ਜਿਹੜੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾ ਸਾਹਿਬ ਵਾਸਤੇ ਰੱਖੇ ਸੀਗੇ, ਜਿਨ੍ਹਾਂ ਤੋਂ ਅਖੰਡ ਪਾਠ ਸਾਹਿਬ ਚੱਲਦੇ ਸੀਗੇ, ਉਹ ਸਰੂਪ ਚੁੱਕ ਕੇ ਇਹਨਾਂ ਲਿਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ, ਜਿੱਥੇ ਅੱਜ ਕੱਲ੍ਹ ਜੋਤ ਜਗਦੀ ਹੈ, ਔਰ ਕੋਟਾ ਸਾਹਿਬ ਜੀ ਜਿੱਥੇ ਖਜ਼ਾਨਾ ਰੱਖਿਆ ਜਾਂਦਾ ਉਹਦੇ ਸਾਹਮਣੇ ਜਿਹੜੀ ਬਾਈ ਹੈ, ਉੱਥੇ ਲਿਜਾ ਕੇ ਸਾਰੇ ਇਹਨਾਂ ਨੇ ਸੁੱਟ ਦਿੱਤੇ ਸੀ। ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਜੀ ਅਤੇ ਸਾਡੇ ਸੇਵਾਦਾਰਾਂ ਨੇ ਜਦੋਂ ਇਹਨਾਂ ਨੂੰ ਦੁਬਾਰਾ ਲਿਆਣ ਕੇ ਸੇਵਾ ਆਰੰਭ ਕੀਤੀ ਹੈ, ਉਦੋਂ ਉਹਨਾਂ ਸਰੂਪਾਂ ਦੀ ਫਿਰ ਸਾਂਭ ਸੰਭਾਲ ਕੀਤੀ। ਬਹੁਤ ਵੱਡੀ ਬੇਅਦਬੀ ਕੀਤੀ ਹੈ ਕਾਂਗਰਸ ਦੀ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ। ਪਰ 37 ਸਾਲ ਬਾਅਦ ਇਨਸਾਫ ਨਹੀਂ ਮਿਲਿਆ। ਇਨਸਾਫ ਸਰਕਾਰਾਂ ਦਿੰਦੀਆਂ ਨੇ, ਇਨਸਾਫ ਜਿਹੜਾ ਨਾ ਉਹ ਲੈਣਾ ਪੈਂਦਾ ਵਾ ਜੀ, ਸਰਕਾਰਾਂ ਨਹੀਂ ਦਿੰਦੀਆਂ।